ਗੱਲ ਦੋਸਤੋ, ਅੱਜ ਅਸੀਂ ਸ਼ੁਰੂ ਕਰਾਂਗੇ ਜਮਾਤ 10ਵੀਂ ਦਾ ਅਧਿਆਇ 5 ਅੰਕ ਗਣਿਤਕ ਲੜੀ ਅਰਥਮੈਟਿਕ ਪ੍ਰੋਗਰੈਸ਼ਨ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਅੰਕ ਗਣਿਤਕ ਲੜੀ ਜੋ ਹੈ ਇਹ ਹੁੰਦੀ ਕੀ ਹੈ। ਉਹ ਲੜੀ ਜਿਸ ਵਿੱਚ ਦੋ ਲਗਾਤਾਰ ਸੰਖਿਆਵਾਂ ਵਿਚਕਾਰ ਅੰਤਰ ਬਰਾਬਰ ਰਹਿੰਦਾ ਹੈ ਉਸ ਨੂੰ ਅੰਕ ਗਣਿਤਕ ਲੜੀ ਕਿਹਾ ਜਾਂਦਾ ਹੈ। ਮਤਲਬ ਸਾਡੇ ਕੋਲ ਕੋਈ ਲੜੀ ਹੈ ਜਿਸ ਦੇ ਵਿੱਚ ਅੰਕ ਦਿੱਤੇ ਹੋਏ ਹਨ, ਉਹਨਾਂ ਦੀਆਂ ਦੋ ਲਗਾਤਾਰ ਸੰਖਿਆਵਾਂ ਦਾ ਜਦੋਂ ਅਸੀਂ ਅੰਤਰ ਪਤਾ ਕਰਦੇ ਹਾਂ ਤਾਂ ਉਹ ਸਾਰੀ ਲੜੀ ਵਿੱਚ ਬਰਾਬਰ ਰਹਿੰਦਾ ਹੈ। ਅਜਿਹੀ ਲੜੀ ਨੂੰ ਅਸੀਂ ਅੰਕ ਗਣਿਤਕ ਲੜੀ ਕਹਿੰਦੇ ਹਾਂ। A sequence of numbers such that the difference between the conjugatives terms is constant, ਯਾਨੀ ਕਿ ਜਿਹੜੇ ਨਾਲ ਦੀਆਂ ਟਰਮਸ ਹਨ, ਦੋ ਲਗਾਤਾਰ ਸੰਖਿਆਵਾਂ ਹਨ, ਉਹਨਾਂ ਦੇ ਵਿੱਚ ਜੋ ਫਰਕ ਹੈ ਯਾਨੀ ਕਿ ਅੰਤਰ ਹੈ, ਡਿਫਰੈਂਸ ਹੈ, ਉਹ ਸੇਮ ਰਹਿੰਦਾ ਹੈ। ਸਾਰੀ ਨੂੰ ਇੱਕ ਉਦਾਹਰਨ ਦੇ ਨਾਲ ਸਮਝਦੇ ਹਾਂ ਕਿ ਇਹ ਕੀ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਉਦਾਹਰਨ ਲੈਤੀ ਜਿਸ ਦੇ ਵਿੱਚ ਸਾਡੇ ਕੋਲ ਜੋ ਟਰਮਸ ਹਨ ਉਹ ਹਨ 2 4 6 8 2 4 6 ਐਂਡ 8। ਤਾਂ ਜੋ ਇਸ ਦਾ ਸਭ ਤੋਂ ਪਹਿਲੀ ਟਰਮ ਹੈ ਜਿਸ ਨੂੰ ਕਿ ਅਸੀਂ ਪਹਿਲਾ ਪਦ ਕਹਿੰਦੇ ਹਾਂ, ਫਸਟ ਟਰਮ, ਇਸ ਨੂੰ ਅਸੀਂ A1 ਦੇ ਨਾਲ ਲਿਖਦੇ ਹਾਂ ਜੋ ਕਿ ਸਾਡੇ ਕੋਲ ਬਰਾਬਰ ਹੈ 2 ਦੇ, ਯਾਨੀ ਕਿ ਇਕੁਅਲਸ ਟੂ 2। ਹੁਣ ਅਸੀਂ ਸੈਕਿੰਡ ਟਰਮ ਯਾਨੀ ਕਿ ਸਾਡੇ ਕੋਲ ਜੋ ਦੂਸਰੀ ਟਰਮ ਹੈ ਉਸ ਦੀ ਗੱਲ ਕਰਦੇ ਹਾਂ। ਤਾਂ ਦੂਸਰਾ ਪਦ ਜਿਸ ਨੂੰ ਅਸੀਂ ਲਿਖਦੇ ਹਾਂ ਸੈਕਿੰਡ ਟਰਮ A2 ਇਜ਼ ਇਕੁਅਲ ਟੂ 4। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤੀਸਰੇ ਪਦ ਦੀ ਤਾਂ ਸਾਡੇ ਕੋਲ ਆ ਜਾਂਦਾ ਹੈ A3 ਯਾਨੀ ਕਿ ਤੀਸਰਾ ਪਦ ਜੋ ਕਿ ਸਾਡੇ ਕੋਲ ਹੈ 6। ਹੁਣ ਅਸੀਂ ਸਾਂਝਾ ਅੰਤਰ ਪਤਾ ਕਰਨਾ ਹੈ ਤਾਂ ਦੋ ਲਗਾਤਾਰ ਸੰਖਿਆਵਾਂ ਵਿੱਚ ਜੋ ਅੰਤਰ ਹੁੰਦਾ ਹੈ ਉਸ ਨੂੰ ਅਸੀਂ ਸਾਂਝਾ ਅੰਤਰ ਕਹਿੰਦੇ ਹਾਂ ਜੋ ਕਿ ਅਸੀਂ D ਦੇ ਨਾਲ ਲਿਖਦੇ ਹਾਂ ਜਿਸ ਨੂੰ ਅਸੀਂ ਕਾਮਨ ਡਿਫਰੈਂਸ ਕਹਿੰਦੇ ਹਾਂ। ਤਾਂ ਹੁਣ ਅਸੀਂ ਸੈਕਿੰਡ ਟਰਮ ਜੋ ਹੈ ਉਸ ਦੇ ਵਿੱਚੋਂ ਫਸਟ ਟਰਮ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜੋ ਹੈ ਉਹ ਸਾਂਝਾ ਅੰਤਰ ਯਾਨੀ ਕਿ ਕਾਮਨ ਡਿਫਰੈਂਸ ਆ ਜਾਏਗਾ। ਯਾਨੀ ਕਿ ਸੈਕਿੰਡ ਟਰਮ 4, ਫਸਟ ਟਰਮ 2, ਦੋਨਾਂ ਦਾ ਅਸੀਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ ਇਕੁਅਲਸ ਟੂ 2। ਇਸ ਤਰ੍ਹਾਂ ਸਾਡਾ ਜਿਹੜਾ ਸੈਕਿੰਡ ਹੈ ਸਾਂਝਾ ਅੰਤਰ ਉਹ ਵੀ ਅਸੀਂ ਪਤਾ ਕਰਦੇ ਹਾਂ, ਯਾਨੀ ਕਿ ਥਰਡ ਟਰਮ ਮਾਈਨਸ ਸੈਕਿੰਡ ਟਰਮ। ਥਰਡ ਟਰਮ ਸਾਡੇ ਕੋਲ ਹੈ 6 ਅਤੇ ਸੈਕਿੰਡ ਟਰਮ ਸਾਡੇ ਕੋਲ ਹੈ 4। ਅਸੀਂ ਦੋਨਾਂ ਦਾ ਡਿਫਰੈਂਸ ਕੀਤਾ ਯਾਨੀ ਕਿ ਮਾਈਨਸ ਕੀਤਾ ਤਾਂ ਸਾਡੇ ਕੋਲ ਆ ਜਾਂਦਾ ਹੈ 2। ਇਸੇ ਤਰ੍ਹਾਂ ਅਸੀਂ A4 ਅਤੇ A3 ਦਾ ਜੋ ਹੈ ਉਹ ਡਿਫਰੈਂਸ ਵੀ ਲਵਾਂਗੇ ਤਾਂ ਸਾਡੇ ਕੋਲ ਜਦੋਂ ਅਸੀਂ ਦੇਖਦੇ ਹਾਂ ਕਿ ਸਾਰਿਆਂ ਦਾ ਜੋ ਅੰਤਰ ਹੈ ਯਾਨੀ ਕਿ ਡਿਫਰੈਂਸ ਹੈ ਉਹ ਇਕੁਅਲ ਆਉਂਦਾ ਹੈ ਤਾਂ ਇਸ ਤਰ੍ਹਾਂ ਸਾਂਝਾ ਅੰਤਰ ਬਰਾਬਰ ਹੈ, ਇਸ ਲਈ ਇਹ ਅੰਕ ਗਣਿਤਕ ਲੜੀ ਵਿੱਚ ਹਨ। ਕਾਮਨ ਡਿਫਰੈਂਸ ਇਜ਼ ਸੇਮ ਸੋ ਦਿਸ ਸੀਰੀਜ਼ ਇਜ਼ ਇਨ AP। ਹੁਣ ਜੇਕਰ ਅਗਲੀ ਕੰਡੀਸ਼ਨ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜੇ ਡਿਫਰੈਂਸ ਇਕੁਅਲ ਨਾ ਆਵੇ, ਸਾਡੇ ਕੋਲ ਦੋ ਲਗਾਤਾਰ ਸੰਖਿਆਵਾਂ ਦੇ ਵਿਚਕਾਰ ਜੋ ਅੰਤਰ ਹੈ ਉਹ ਬਰਾਬਰ ਨਹੀਂ ਆਉਂਦਾ ਤਾਂ ਇਹ ਅੰਕ ਗਣਿਤਕ ਲੜੀ ਨਹੀਂ ਹੁੰਦੀ। ਇਫ ਕਾਮਨ ਡਿਫਰੈਂਸ ਇਜ਼ ਨਾਟ ਸੇਮ ਦੈਨ ਇਟ ਇਜ਼ ਨਾਟ ਇਨ AP। ਤਾਂ ਇਸ ਦੇ ਵਿੱਚ ਅਸੀਂ ਅਗਲਾ ਪਦ ਵੀ ਜੋ ਹੈ ਉਹ ਨਹੀਂ ਪਤਾ ਕਰਾਂਗੇ ਕਿਉਂਕਿ ਸਾਡੇ ਕੋਲ ਇਹ ਅੰਕ ਗਣਿਤਕ ਲੜੀ ਨਹੀਂ ਹੈ। ਧਿਆਨ ਸਾਡੀ ਨੈਕਸਟ ਕੰਡੀਸ਼ਨ, ਜੇਕਰ ਅਸੀਂ ਕਿਸੇ ਸੀਰੀਜ਼ ਦੇ ਵਿੱਚ ਸਾਨੂੰ ਜੋ ਹਨ ਕੁਝ ਕੁ ਪਦ ਦਿੱਤੇ ਹੋਏ ਹਨ ਅਤੇ ਸਾਨੂੰ ਕਿਹਾ ਗਿਆ ਹੈ ਕਿ 10ਵਾਂ ਪਦ ਪਤਾ ਕਰੋ, ਤਾਂ ਇਹ ਅਸੀਂ ਕਿਵੇਂ ਪਤਾ ਕਰਾਂਗੇ। ਤਾਂ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲੀ ਟਰਮ ਜਿਸ ਨੂੰ ਅਸੀਂ A ਨਾਲ ਲਿਖਦੇ ਹਾਂ ਉਹ ਸਾਡੇ ਕੋਲ ਬਰਾਬਰ ਹੈ 2 ਦੇ, ਯਾਨੀ ਕਿ ਇਕੁਅਲਸ ਟੂ 2। ਉਸ ਤੋਂ ਬਾਅਦ ਅਸੀਂ ਕਾਮਨ ਡਿਫਰੈਂਸ ਸਾਂਝਾ ਅੰਤਰ ਪਤਾ ਕਰਦੇ ਹਾਂ, ਸੈਕਿੰਡ ਟਰਮ ਮਾਈਨਸ ਫਸਟ ਟਰਮ, 4 ਮਾਈਨਸ 2 ਦੈਟ ਇਜ਼ 2, ਦੈਨ 6 ਮਾਈਨਸ 4 ਦੈਟ ਇਜ਼ 2। ਇਸ ਦਾ ਮਤਲਬ ਸਾਂਝਾ ਅੰਤਰ ਜੋ ਹੈ ਉਹ ਸਾਡੇ ਕੋਲ 2 ਆ ਜਾਂਦਾ ਹੈ ਅਤੇ ਲੜੀ ਜੋ ਹੈ ਉਹ ਅੰਕ ਗਣਿਤਕ ਲੜੀ ਦੇ ਵਿੱਚ ਹੈ। ਹੁਣ ਇਸ ਤੋਂ ਬਾਅਦ ਅਸੀਂ 10ਵਾਂ ਪਦ ਪਤਾ ਕਰਨਾ ਹੈ
ਤਾਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੀਂ ਪਹਿਲੇ ਦੇ ਵਿੱਚ ਜਦੋਂ ਸਾਂਝਾ ਅੰਤਰ ਜੋੜ ਦਿੰਦੇ ਹਾਂ ਦੂਸਰਾ ਪਦ ਆ ਜਾਂਦਾ ਹੈ, ਦੂਸਰੇ ਵਿੱਚ ਸਾਂਝਾ ਅੰਤਰ ਪਤਾ ਜੋੜ ਦਿੰਦੇ ਹਾਂ ਤਾਂ ਸਾਡੇ ਕੋਲ ਤੀਸਰਾ ਪਦ ਆ ਜਾਂਦਾ ਹੈ। ਪਰ ਜੇਕਰ ਸਾਨੂੰ ਕੋਈ ਬਹੁਤ ਦੂਰ ਵਾਲੀ ਰਕਮ ਪਤਾ ਕਰਨ ਲਈ ਕਿਹਾ ਹੋਵੇ ਤਾਂ ਇਹ ਪ੍ਰੋਸੈਸ ਅਸੀਂ ਸਾਰੀਆਂ ਜਗ੍ਹਾ ਦੇ ਉੱਤੇ ਨਹੀਂ ਅਪਲਾਈ ਕਰ ਸਕਦੇ। ਤਾਂ ਇਸ ਦੇ ਲਈ ਅਸੀਂ ਜੋ ਹੈ ਇੱਕ ਸਾਡੇ ਕੋਲ ਫਾਰਮੂਲਾ ਹੈ ਜਿਸ ਦੀ ਅਸੀਂ ਵਰਤੋਂ ਕਰਕੇ ਯੂਜ਼ ਕਰਕੇ ਜੋ ਹੈ ਸਾਡੀ ਕੋਈ ਵੀ ਟਰਮ ਪਤਾ ਕਰ ਸਕਦੇ ਹਾਂ। an is equal to a plus ਬ੍ਰੈਕਟ ਸਟਾਰਟ n-1 into d। n ਰਿਪਰੈਜ਼ੈਂਟ ਕਰਦਾ ਹੈ ਕਿ ਅਸੀਂ ਕਿਹੜੀ ਟਰਮ ਪਤਾ ਕਰਨੀ ਹੈ। ਜਿਸ ਤਰ੍ਹਾਂ ਕਿ ਇਸ ਕੁਐਸਚਨ ਦੇ ਵਿੱਚ ਅਸੀਂ 10th ਟਰਮ ਪਤਾ ਕਰਨੀ ਹੈ ਤਾਂ ਅਸੀਂ ਇੱਥੇ n ਦੀ ਜਗ੍ਹਾ 'ਤੇ ਕਿੰਨਾ ਫਿਲ ਕਰਾਂਗੇ, 10 ਫਿਲ ਕਰਾਂਗੇ। ਤਾਂ ਅਸੀਂ ਇਕੁਏਸ਼ਨ ਦੇ ਵਿੱਚ ਜੋ ਵੈਲਿਊਜ਼ ਹਨ ਉਹ ਫਿਲ ਕਰਾਂਗੇ। a ਦੀ ਜਗ੍ਹਾ ਦੇ ਉੱਤੇ 2, n ਦੀ ਜਗ੍ਹਾ ਦੇ ਉੱਤੇ 10-1 ਅਤੇ d ਜਾਣੀ ਕਿ ਸਾਂਝਾ ਅੰਤਰ ਸਾਡੇ ਕੋਲ ਹੈ 2। ਤਾਂ ਸਾਡੇ ਕੋਲ 2 ਬ੍ਰੈਕਟ ਨੂੰ ਜਦੋਂ ਅਸੀਂ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 10-1 ਦੈਟ ਇਜ਼ 9 into 2। ਤਾਂ ਸਾਡੇ ਕੋਲ ਸੋਲਵ ਕਰਕੇ 2 + 18 ਦੈਟ ਇਜ਼ 20। ਇਸ ਤਰ੍ਹਾਂ ਅਸੀਂ ਜੋ 10ਵਾਂ ਪਦ ਹੈ ਉਹ ਪਤਾ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਕੋਈ ਹੋਰ ਪਦ ਪਤਾ ਕਰਨਾ ਹੋਵੇ ਤਾਂ n ਦੀ ਜਗ੍ਹਾ 'ਤੇ ਉਸ ਦੀ ਵੈਲਿਊ ਪੁੱਟ ਕਰਕੇ ਅਸੀਂ ਆਸਾਨੀ ਦੇ ਨਾਲ ਪਤਾ ਕਰ ਸਕਦੇ ਹਾਂ।